ਵਾਰਡ ਨੰਬਰ 5 ਤੋਂ ਕਾਉਂਸਲਰ ਇਲੈਕਟ ਹੋਏ ਰਾਜ ਧਾਲੀਵਾਲ ਅੱਜ ਸਾਡੇ ਮਹਿਮਾਨ ਸਾਡੇ ਨਾਲ ਉਹ ਸ਼ਾਮਲ ਹੋ ਰਹੇ ਨੇ। ਪਿਛਲੇ 4 ਸਾਲ ਉਹ ਇਸੇ ਵਾਰਡ ਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ ਸਿਟੀ ਕੌਂਸਲ ਦੇ ਵਿੱਚ। ਦੂਜੀ ਵਾਰ ਉਹਨਾਂ ਨੇ ਚੋਣ ਜਿੱਤੀ ਹੈ ਅਤੇ ਉਹ ਅੱਜ ਸਾਡੇ ਮਹਿਮਾਨ ਨੇ। ਰਾਜ ਜੀ, ਗੁੱਡ ਮਾਰਨਿੰਗ, ਵੈਲਕਮ। ਥੈਂਕ ਯੂ ਰਿਸ਼ੀ ਜੀ, ਥੈਂਕ ਯੂ ਫॉर ਹੈਵਿੰਗ ਮੀ। ਤੁਹਾਨੂੰ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ। ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ। ਮੁਬਾਰਕਾਂ ਕਮਿਊਨਿਟੀ ਨੂੰ, ਮੁਬਾਰਕਾਂ ਵਾਰਡ 5 ਦੇ ਰੈਜ਼ੀਡੈਂਟਸ ਨੂੰ। ਇਹ ਉਹਨਾਂ ਦੀ ਜਿੱਤ ਆ। ਮੈਂ ਤਾਂ ਸਿਰਫ ਇੱਕ ਫੀਸ ਬਣਿਆ ਵਾਂ। ਉਹਨਾਂ ਨੇ ਜਿੱਤ ਜਿਹੜੀ ਮੇਰੇ 'ਚ ਫੇਰ ਤੋਂ ਯਕੀਨ ਪਿਆਰ ਦਿੱਤਾ ਮੈਨੂੰ, ਸੋ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕ ਦਿੰਦਾ। ਅਤੇ ਇਸ ਵਾਰ ਦੀ ਇਲੈਕਸ਼ਨ ਦੇ ਚੈਲੰਜਸ ਕੀ ਸੀਗੇ? ਦੇਖੋ ਜੀ, ਪਹਿਲੀ ਗੱਲ ਤਾਂ ਇੱਦਾਂ ਦੀ ਇਲੈਕਸ਼ਨ ਕਦੇ ਹੋਈ ਨਹੀਂ ਸੀਗੀ, ਕਿਉਂਕਿ ਵਾਰਡ 5 ਤੋਂ ਕੋਈ ਪਿਛਲੀ ਵਾਰ ਜਿੱਦਾਂ ਮੈਂ 21 'ਚ ਜਿੱਤਾ ਇਨਕੰਬੈਂਟ ਹੈ ਨਹੀਂ ਸੀ। ਸੋ ਕੋਈ ਹਿਸਟਰੀ ਹੈ ਨਹੀਂ ਸੀਗੀ ਵੀ ਐਂਟੀ ਇਨਕੰਬੈਂਸੀ ਕਿੱਦਾਂ ਗੇਜ ਕਰੀਏ ਜਾਂ ਕੀ ਹੋ ਰਿਹਾ ਵਾ। ਸੋ ਉਹ ਥੋੜ੍ਹਾ ਜਿਹਾ ਚੈਲੰਜਿੰਗ ਸੀਗਾ। ਦੂਸਰਾ, ਆਪਣਾ ਵਾਰਡ ਵੱਡਾ ਬਹੁਤ ਹੋ ਗਿਆ ਵਾ ਪਾਪੂਲੇਸ਼ਨ ਵਾਈਜ਼। ਇੰਨੇ ਅਸੀਂ ਆਲਮੋਸਟ 21,000 ਘਰ ਡੋਰ ਨੌਕ ਕੀਤੇ। ਵਾਹ ਵਾਹ। ਤੁਰ ਕੇ 21,000 ਸਾਡੀ ਟੀਮ ਨੇ, ਅਤੇ 29 ਤੋਂ 30,000 ਘਰ ਸੀਗੇ, ਹਜੇ ਵੀ ਰਹਿ ਗਏ। ਅੱਛਾ, ਇਹ ਹੈਗੇ ਇਸ ਤੋਂ ਵੀ ਜ਼ਿਆਦਾ? ਹਾਂਜੀ ਬਿਲਕੁਲ। ਅਤੇ ਮਤਲਬ ਅਸੀਂ ਕਈ ਏਰੀਆ ਦੇ ਵਿੱਚ 2-2, 3-3 ਵਾਰ ਡੋਰ ਨੌਕਿੰਗ ਕੀਤੀ। ਵਾਪਸ ਇੱਕ ਵਾਰ ਕੀਤੀ, ਫਿਰ ਵਾਪਸ ਗਏ। ਇੱਕ ਚੈਲੰਜ ਸਭ ਨਾਲੋਂ ਵੱਡਾ ਇਹ ਆਇਆ, ਮੈਂ ਇਸ ਇਲੈਕਸ਼ਨ ਮੈਂ ਬਹੁਤ ਇੱਥੇ ਕਿੰਨੇ ਸਾਲਾਂ ਤੋਂ ਰਿਹਾ, ਮੈਂ ਬਹੁਤ ਇਲੈਕਸ਼ਨਾਂ ਦੇਖੀਆਂ, ਚਾਹੇ ਸਿਵਿਕ ਆ, ਚਾਹੇ ਪ੍ਰੋਵਿੰਸ਼ੀਅਲ ਆ, ਚਾਹੇ ਫੈਡਰਲ। ਇਹ ਇਲੈਕਸ਼ਨ ਦੇ ਵਿੱਚ ਜਿਹੜੀ ਮਿਸ ਇਨਫੋਰਮੇਸ਼ਨ ਸਪਰੈਡ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਂਗਲੀਆਂ ਚੁੱਕੀਆਂ ਗਈਆਂ ਵਿਦਾਊਟ ਐਨੀ ਪ੍ਰੂਫਸ, ਰਾਈਟ। ਵਾਅਦੇ ਐਸੇ ਕੀਤੇ ਗਏ ਜਿਨ੍ਹਾਂ ਦੇ ਪਿੱਛੇ ਕੋਈ ਬੈਕਿੰਗ ਹੀ ਨਹੀਂ ਸੀ, ਫਾਈਨੈਂਸ਼ੀਅਲ ਪਲਾਨ ਹੈ ਨਹੀਂ ਸੀ, ਕੋਈ ਐਕਸੀਕਿਊਸ਼ਨ ਪਲਾਨ ਹੈ ਨਹੀਂ ਸੀ। ਪਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੋਈ ਕਿ ਸਾਡੇ ਲੋਕ ਇੰਨੇ ਇੰਟੈਲੀਜੈਂਟ ਨੇ, ਇੰਨੀ ਸਮਝ ਰੱਖਦੇ ਨੇ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਨਕਾਰਤਾ, ਰਿਸਰਚ ਕਰਕੇ ਆਪਣੀ ਵੋਟ ਪਾਈ। ਅਤੇ ਹੁਣ ਜਿਹੜੇ ਇਸ ਵੇਲੇ ਸਾਡੇ ਆਪਾਂ ਇਹਦੀ ਇਸ਼ੂਜ਼ ਦੇ ਨੂੰ ਲੈ ਕੇ ਚਰਚਾ ਕਰਦੇ ਵੀ ਰਹੇ ਹਾਂ, ਡਿਬੇਟ 'ਚ ਵੀ ਚਰਚਾ ਹੋਈ, ਵੈਸੇ ਵੀ ਜਿਹੜੀਆਂ ਗੱਲਾਂ ਹੋਈਆਂ ਨੇ, ਇਸ਼ੂਜ਼ ਹੈ ਕੀ ਨੇ ਲੋਕਾਂ ਦੇ ਤੁਹਾਡੇ ਵਾਰਡ ਦੇ, ਖਾਸ ਤੌਰ 'ਤੇ ਵਾਰਡ 5 ਦੇ ਇਸ਼ੂਜ਼ ਕੀ ਨੇ? ਸਭ ਨਾਲੋਂ ਵੱਡਾ ਇਸ਼ੂ ਜੋ ਮੈਂ ਦੇਖਿਆ ਅਤੇ ਸੁਣਿਆ, ਸੇਫਟੀ। ਜਿੱਦਾਂ ਮੈਂ ਕਿਹਾ, ਵਾਰਡ ਵੱਡਾ ਬਹੁਤ ਹੋ ਗਿਆ। ਸੇਫਟੀ ਦੇ ਵਿੱਚ ਪੈਡੈਸਟਰੀਅਨ ਸੇਫਟੀ, ਵਹੀਕਲ ਸੇਫਟੀ, ਹੋਮ ਸੇਫਟੀ, ਲੋਕਾਂ ਦੇ ਵਿੱਚ ਫੀਲਿੰਗ ਹੈਗੀ ਆ ਕਿ ਸਾਨੂੰ ਅਸੀਂ ਅਨਸੇਫ ਫੀਲ ਕਰ ਰਹੇ ਹਾਂ। ਸੋ ਇਹ ਸਭ ਨਾਲੋਂ ਵੱਡਾ ਇਸ਼ੂ ਸੀ। ਜਿੱਦਾਂ ਡਰਾਈਵਿੰਗ ਪੈਟਰਨ ਬਦਲ ਗਏ ਨੇ, ਰੈੱਡ ਲਾਈਟਾਂ 'ਚੋਂ ਲੋਕ ਨਿਕਲੀ ਜਾਂਦੇ ਨੇ। ਸੋ ਉਹਦੇ ਉੱਤੇ ਫਰਸਟ ਮੇਰੀ ਪ੍ਰਾਇਓਰਿਟੀ ਇਹੀ ਹੋਊਗੀ ਸੀ, ਉਹਦੇ ਉੱਤੇ ਕਿੱਦਾਂ ਕੰਮ ਕਰੀਏ। ਜਿੱਦਾਂ ਮੈਂ ਅੱਗੇ ਵੀ ਕਿਹਾ ਕਿ ਪਰ ਕੈਪੀਟਾ ਸਾਡੀ ਪੁਲਿਸ ਦੇ ਕੋਲ ਰਿਸੋਰਸਿਸ ਹੈ ਨਹੀਂ। ਕੈਲਗਰੀ ਪੁਲਿਸ ਐਸੋਸੀਏਸ਼ਨ ਨਾਲ ਮੇਰੀ ਮੀਟਿੰਗ ਹੋਈ ਸੀ ਲਾਸਟ ਵੀਕ, ਉਹਨਾਂ ਨੇ ਵੀ ਇਹੀ ਕਿਹਾ ਕਿ ਰਿਸੋਰਸਿਸ ਲੈ ਕੇ ਨੇ। ਇੱਕ ਪੁਲਿਸ ਵਾਲਾ 600 ਪੁਲਿਸ ਕੈਲਗਰੀਅਨਸ ਨੂੰ ਸਰਵ ਕਰ ਰਿਹਾ, ਪਰ ਕੈਪੀਟਾ ਸੀ ਬਹੁਤ ਘੱਟ ਆ। ਸੋ ਨਵੰਬਰ ਦੇ ਵਿੱਚ ਬਜਟ ਐਡਜਸਟਮੈਂਟ ਆ ਰਹੀ ਆ, ਉਹਦੇ 'ਚ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਅਗਲੇ ਜਿਹੜਾ ਬਜਟ ਸਾਈਕਲ ਆ 2027 ਤੋਂ ਲੈ ਕੇ 2030, ਉਹਦੇ ਵਿੱਚ ਫੰਡਿੰਗ। ਦੂਸਰਾ ਜਿਹੜਾ ਇਸ਼ੂ ਸੀਗਾ ਉਹ ਮੈਨੂੰ ਸੁਣਨ ਨੂੰ ਮਿਲਿਆ, ਇਨਫਰਾਸਟਰਕਚਰ, ਕਿ ਪਾਪੂਲੇਸ਼ਨ ਗਰੋਥ ਦੇ ਨਾਲ ਇਨਫਰਾਸਟਰਕਚਰ ਕੀਪ ਅਪ ਨਹੀਂ ਕਰ ਸਕਿਆ। ਜਿੱਦਾਂ ਆਪਾਂ ਸਿਟੀ ਦੀ ਐਗਜ਼ਾਮਪਲ ਲੈ ਲਈਏ ਕਿ ਸਿਟੀ ਜੇ ਅਸੀਂ ਪਾਪੂਲੇਸ਼ਨ ਅਤੇ ਇਨਫਲੇਸ਼ਨ ਦੇ ਨਾਲ ਸਪੈਂਡਿੰਗ ਕਰਨੀ ਹੋਈ, $1.1 ਬਿਲੀਅਨ ਦਾ ਇਸ ਵਕਤ ਇਨਫਰਾਸਟਰਕਚਰ ਗੈਪ ਆ। ਇਹ ਸੁਣਨ ਨੂੰ ਮਿਲਿਆ ਕਿ ਜਿੱਦਾਂ ਸੜਕਾਂ ਬਣਨ ਦੇ ਵਿੱਚ ਟਾਈਮ ਲੱਗ ਰਿਹਾ ਵਾ। 60 ਸਟਰੀਟ ਮਸਾਂ ਸ਼ੁਰੂ ਹੋਈ ਆ, ਹੁਣ ਕੰਟਰੀ ਹਿਲਸ ਨੂੰ ਇੰਨੇ ਸੋ ਪਰ ਇਹ ਵੀ ਉਹਨਾਂ ਨੇ ਦੱਸਿਆ ਮੈਨੂੰ ਕਿ ਵੀ ਆਰ ਬੀਂਗ ਪੇਸ਼ੈਂਟ, ਕਿਉਂਕਿ ਪਿਛਲੇ 3 ਸਾਲਾਂ ਤੋਂ ਜਿਹੜੀ ਕੈਪੀਟਲ ਪਲੈਨਿੰਗ ਸਪੈਂਡਿੰਗ ਆ ਆਪਣੇ ਵਾਰਡ 'ਚ ਵਧੀ ਆ। ਸੋ ਥਰਡ ਇਸ਼ੂ ਜਿਹੜਾ ਦੇਖਣ ਨੂੰ ਮਿਲਿਆ ਕਿ ਜਿਹੜੇ ਡੇ ਟੂ ਡੇ ਇਸ਼ੂ, ਟ੍ਰਾਂਜ਼ਿਟ, ਪਾਰਕਸ, ਪਲੇਗਰਾਊਂਡਸ, ਰੈਕ੍ਰੀਏਸ਼ਨ। ਸੋ ਇਹ 3 ਮੇਨ ਇਸ਼ੂ ਸੀਗੇ। ਅਤੇ ਉਸ ਤੋਂ ਬਾਅਦ ਇੱਕ ਇਸ਼ੂ ਇਹ ਵੀ ਸੀਗਾ ਕਿ ਜਿਹੜੀ ਅਫੋਰਡੇਬਿਲਿਟੀ 'ਤੇ ਵੀ ਸੀਗਾ ਇਸ਼ੂ, ਪਰ ਮੈਨੂੰ ਲੱਗਦਾ ਉਹਦੇ ਬਾਰੇ ਬਹੁਤ ਉਹਦਾ ਬਣਾਇਆ ਗਿਆ ਕਿ ਪਰ ਡੋਰਸ ਦੇ ਉੱਤੇ ਲੋਕਾਂ ਵੱਲੋਂ ਇਹੀ ਸੀਗਾ ਕਿ ਵੀ ਆਰ ਦ ਇਨਵੈਸਟਰਸ ਇਨ ਦ ਸਿਟੀ। ਟੈਕਸ, ਪ੍ਰੋਪਰਟੀ ਟੈਕਸ ਤੋਂ ਬਿਨਾਂ ਸਿਟੀ ਰਨ ਨਹੀਂ ਹੋ ਸਕਦੀ, ਰਾਜ, ਸਾਨੂੰ ਇਹ ਪਤਾ। ਪਰ ਜਿਹੜੇ ਹਾਈਕ ਆ ਉਹਨੂੰ ਅਫੋਰਡੇਬਲ ਕਰੋ ਜੀ। ਮੈਂ ਕਿਹਾ ਜੀ ਬਿਲਕੁਲ, ਉਹਦੇ 'ਤੇ ਹੁਣ ਆਪਾਂ ਕੰਮ ਕਰਨਾ ਵਾ। ਅਤੇ ਇਹ ਸੀਗਾ ਕਿ ਸਾਨੂੰ ਸਰਵਿਸਿਸ ਟੈਕਸ ਦੇ ਇਕੁਅਲ ਮਿਲੇ। ਸੋ ਇੱਦਾਂ ਦੇ ਇਸ਼ੂ ਇਹ ਸਾਰੇ ਬਹੁਤ ਹੈਗੇ ਆ, ਅਤੇ ਮੈਂ ਸੁਣੇ ਆ। ਹੁਣ ਆਪਾਂ ਨਵੰਬਰ ਦੇ ਵਿੱਚ ਐਡਜਸਟਮੈਂਟ ਦੇ ਵਿੱਚ ਜਿਹੜੀ ਆ ਰਹੀ ਆ, ਉਹਦੇ ਵਿੱਚ
ਕੋਸ਼ਿਸ਼ ਕਰਾਂਗੇ ਕੁਝ ਇਸ਼ੂਜ਼ ਨੂੰ ਸੋਲਵ ਕਰਨ ਦੀ। 140 ਪੇਜਾਂ ਦਾ ਬਜਟ ਆ, ਸੋ ਪਰ ਜਿਹੜਾ ਅਗਲਾ 4 ਸਾਲਾਂ ਦਾ ਬਜਟ ਅਗਲੇ ਸਾਲ ਹੋਣਾ ਉਹਦੇ 'ਚ ਜ਼ਿਆਦਾ ਸਪੈਂਡਿੰਗ ਹੋਊਗੀ ਜੀ। ਤੇ 10 ਬੰਦੇ ਨਵੇਂ ਚੁਣੇ ਗਏ ਰਾਜ ਜੀ ਇਸ ਵਾਰ ਜੀ। ਤੁਸੀਂ 4 ਪੁਰਾਣੇ ਤੁਹਾਡੇ ਸਾਥੀ ਵਾਪਸ ਪਰਤਣਗੇ ਆਪਣੇ ਐਕਸਪੀਰੀਅੰਸ ਦੇ ਨਾਲ। ਕਿਵੇਂ ਲੱਗਦਾ ਤੁਹਾਨੂੰ ਕਿ ਇੰਨੇ ਘੱਟ ਐਕਸਪੀਰੀਅੰਸ ਵਾਲੀ ਪਹਿਲੀ ਵਾਰੀ ਕਾਉਂਸਲ ਬਣੀ ਹੈ ਜੀ, ਇੰਨੇ ਘੱਟ ਬੰਦੇ ਹੋਣਗੇ, ਕਿਵੇਂ ਕੰਮ ਚੱਲੇਗਾ? ਮੇਅਰ ਵੀ ਨਵਾਂ। ਦੇਖੋ ਜੀ, ਮੇਅਰ ਤਾਂ ਚਲੋ ਉਹ ਪਹਿਲਾਂ ਸੀਗੇ ਕਾਉਂਸਲਰ, ਉਹਨਾਂ ਨੂੰ ਹੈਗਾ ਵਾ ਐਕਸਪੀਰੀਅੰਸ, ਪਰ ਹਾਂਜੀ ਜਿਹੜੇ 10 ਨਵੇਂ ਆਏ ਨੇ ਸਿੱਖਣਾ ਬਹੁਤ ਜਿਹੜੀ ਸਟੀਪ ਕਰਵ ਹੁੰਦੀ ਆ। ਜੀ ਜੀ ਜੀ। ਇੱਕਦਮ ਜਾ ਕੇ ਉਹ ਕਹਿੰਦੇ ਹੁੰਦੇ ਇਟਸ ਲਾਈਕ ਡਰਿੰਕਿੰਗ ਫਰੋਮ ਅ ਫਾਇਰ ਹੋਜ਼, ਕਿਉਂਕਿ ਬਜਟ ਐਡਜਸਟਮੈਂਟ ਅਗਲੇ 10-15 ਦਿਨਾਂ 'ਚ ਆ ਜਾਣੀ ਹੈ, 10 ਨਵੰਬਰ ਨੂੰ ਡਿਲੀਵਰ ਹੋ ਜਾਣਾ। ਹੁਣ ਇਹਦੇ 'ਚ ਦੇਖੋ ਮੈਨੂੰ ਇਹ ਹਾਦਸਾ ਵੀ ਹੁੰਦਾ ਵੀ ਮੈਂ ਸੈਕਿੰਡ ਟਰਮ ਆ ਅਤੇ ਮੈਂ ਸੀਨੀਅਰ ਕਾਉਂਸਲਰ ਬਣ ਗਿਆ, ਅਤੇ ਇਹ ਹੁਣ ਸਾਡੇ 'ਤੇ ਵੀ ਹੋਊਗਾ। ਜਿਹੜੇ 4 ਜਾਣੇ ਅਸੀਂ ਵਾਪਸ ਆ ਰਹੇ ਹਾਂ ਕਿ ਅਸੀਂ ਜਿਹੜੇ ਨਵੇਂ ਜਿਹੜੇ ਕਾਉਂਸਲਰ ਹੈਗੇ ਉਹਨਾਂ ਨੂੰ ਆਫਰ ਕਰੀਏ ਜੀ ਆਪਦੀ ਹੈਲਪ, ਛੋਟੀਆਂ ਚੀਜ਼ਾਂ ਵੀ ਕਿਸ ਤਰ੍ਹਾਂ ਜੇ ਉਹਨਾਂ ਨੂੰ ਕੋਈ ਵੀ ਹੈਲਪ ਚਾਹੀਦੀ ਆ, ਚਾਹੇ ਉਹ ਬਜਟ ਰੀਡਿੰਗ ਕਰਨੀ ਆ ਜਾਂ ਕਿਸੇ ਤੋਂ ਹੈਲਪ ਚਾਹੀਦੀ ਆ ਉਹਨਾਂ ਨੂੰ, ਸੋ ਉਹ ਵੀ ਗਾਈਡੈਂਸ ਦੇਣੀ ਪਊ। ਸੈਕਿੰਡ, ਮੈਨੂੰ ਇਹ ਵੀ ਐਕਸਪੈਕਟੇਸ਼ਨ ਹੋ ਗਈ ਜਦੋਂ ਮੈਂ 2021 ਦੇ ਵਿੱਚ ਬਣਿਆ ਸੀਗਾ, ਮੈਂ ਪਹਿਲਾਂ ਹੋਮਵਰਕ ਕੀਤਾ ਸੀ, ਕਾਉਂਸਲ ਦੀਆਂ ਮੀਟਿੰਗਸ ਦੇਖੀਆਂ ਸੀ, ਕਿੱਦਾਂ ਪ੍ਰੋਸੀਜਰ ਹੁੰਦੇ ਆ, ਕੀ ਇਸ਼ੂਜ਼ ਨੇ, ਸੋ ਹੋਪਫੁਲੀ ਉਹਦੇ ਨਾਲ ਉਹ ਕੁਝ ਉੱਦਾਂ ਦਾ ਐਕਸਪੀਰੀਅੰਸ ਲੈ ਕੇ ਆਉਣਗੇ। ਅਤੇ ਥਰਡ, ਤੁਹਾਡਾ ਆਪਣਾ ਕਈ ਵਾਰ ਪਰਸਨਲ ਐਕਸਪੀਰੀਅੰਸ ਹੁੰਦਾ ਰਿਸ਼ੀ ਜੀ। ਜਦੋਂ ਮੈਂ ਆਇਆ ਸੀ ਆਇਲ ਐਂਡ ਗੈਸ 'ਚੋਂ, ਮੈਂ ਬਜਟ ਐਂਡ ਬਿਜ਼ਨਸ ਪਲੈਨਿੰਗ ਕੀਤੀ ਸੀ 2-2.5-3 ਸਾਲ, ਅਤੇ ਜਦੋਂ ਬਜਟ 'ਚ ਆਇਆ ਮੈਂ ਤਿਆਰ ਸੀਗਾ। ਪਰ ਇਟਸ ਗੋਇੰ ਟੂ ਬੀ ਅ ਕੋਲੈਬੋਰੇਸ਼ਨ, ਕੋਲੈਕਟਿਵ ਐਫਰਟ। ਜੀ ਬਿਲਕੁਲ। ਅੱਛਾ, ਪਿਛਲੀ ਕਾਉਂਸਲ ਦੀ ਨੇਚਰ ਜਿਹੜੀ ਸੀ ਉਹ ਹੋਰ ਤਰ੍ਹਾਂ ਦੀ ਸੀ, ਹੁਣ ਨੇਚਰ ਹੋਰ ਹੋ ਗਈ ਹੈ। ਕੁਝ ਇਹ ਕਿਹਾ ਜਾ ਰਿਹਾ ਹੈ ਜਿਹੜੇ ਪੋਲੀਟੀਕਲ ਐਨਾਲਿਸਟ ਨੇ ਕਿ ਮਿਊਨਿਸਪਲ ਪੋਲੀਟੀਕਲ ਪਾਰਟੀਆਂ ਦੇ ਆਉਣ ਤੋਂ ਬਾਅਦ ਕੋਈ ਕੰਜ਼ਰਵੇਟਿਵ ਲੀਨਿੰਗ ਕਾਉਂਸਲ ਸਾਡੀ ਬਣਦੀ ਜਾਪਦੀ ਹੈ। ਕੀ ਇਸ ਤਰ੍ਹਾਂ ਦੇ ਕੋਈ ਚੈਲੰਜ ਆ ਸਕਦੇ ਨੇ ਇਹਦੇ ਨਾਲ? ਦੇਖੋ ਜੀ, ਜਦੋਂ ਸਾਨੂੰ ਕੈਲਗਰੀਅਨਸ ਚੁਣਦੇ ਆ, ਅਸੀਂ ਇੰਡੀਪੈਂਡੈਂਟ ਵੋਇਸਿਸ ਹੁੰਦੇ ਆ। ਸਾਡੀ ਜੋਬ ਆ ਕੈਲਗਰੀਅਨਸ ਦੇ ਲਈ ਖੜਨਾ, ਆਪਦੇ ਵਾਰਡ ਲਈ ਖੜਨਾ, ਅਤੇ ਕਿਸੇ ਵੀ ਲੈਵਲ ਦੀ ਗਵਰਨਮੈਂਟ ਹੋਵੇ, ਮਿਊਨਿਸਪਲ ਹੋਵੇ, ਫੈਡਰਲ, ਉਹਨਾਂ ਨਾਲ ਕੰਮ ਕਰਨਾ। ਮੇਰਾ ਇਹ ਮੰਨਣਾ ਵਾ ਕਿ ਆਪਦੀ ਪੋਲੀਟੀਕਲ ਆਈਡੀਓਲੋਜੀ ਨੂੰ ਤੁਸੀਂ ਬਾਹਰ ਛੱਡ ਕੇ ਆਓ। ਠੀਕ ਆ। ਪਿਛਲੀ ਕਾਉਂਸਲ ਦੇ ਵਿੱਚ ਕੁਝ ਪ੍ਰੋਬਲਮਸ ਇਹ ਆਈਆਂ ਕਿ ਕੁਝ ਕਾਉਂਸਲਰਸ ਨੇ ਪ੍ਰੋਵਿੰਸ਼ੀਅਲ ਪੋਲੀਟਿਕਸ ਨੂੰ ਚੈਂਬਰ ਦੇ ਵਿੱਚ ਲਿਆ ਕੇ ਬਾੜਦਾ, ਜਿਹਦੇ ਨਾਲ ਰਿਲੇਸ਼ਨਸ਼ਿਪ ਪ੍ਰੋਵਿੰਸ ਦੇ ਨਾਲ ਥੋੜ੍ਹੇ ਖੱਟੇ ਹੋਏ। ਜੀ ਜੀ। ਅਤੇ ਉਹ ਐਵੀਡੈਂਟ ਸੀਗਾ ਗ੍ਰੀਨ ਲਾਈਨ ਤੋਂ, ਬਿਲਕੁਲ, ਅਰੀਨਾ ਡੀਲ ਤੋਂ, ਵੱਡੇ ਕੈਪੀਟਲ ਪ੍ਰੋਜੈਕਟਸ ਤੋਂ। ਸੋ ਮੇਰੀ ਐਕਸਪੈਕਟੇਸ਼ਨ ਇਹ ਹੋਊਗੀ ਕਿ ਸ਼ੋਰ ਤੁਸੀਂ ਫਿਜ਼ੀਕਲੀ ਕੰਜ਼ਰਵੇਟਿਵ ਹੋ ਸਕਦੇ ਹੋ, ਸੋਸ਼ਲੀ ਲਿਬਰਲ ਹੋ ਸਕਦੇ ਹੋ, ਪਰ ਇਹੀ ਰਿਕੁਐਸਟ ਹੋਊਗੀ ਕਿ ਹੋਪਫੁਲੀ ਇਸ ਵਾਰ ਦੀ ਜਿਹੜੀ ਕਾਉਂਸਲ ਆ ਉਹਦਾ ਫੋਕਸ ਕੈਲਗਰੀਅਨਸ ਉੱਤੇ ਰਵੇ, ਅਤੇ ਉਹ ਜਿਹੜੀ ਆਪਣੀ ਆਈਡੀਓਲੋਜੀਕਲ ਲੀਨਿੰਗਸ ਆ ਉਹਨਾਂ ਨੂੰ ਚੈੱਕ ਆਊਟ ਕਰਕੇ ਆਉਣ ਕਾਉਂਸਲ ਚੈਂਬਰ ਤੋਂ ਬਾਅਦ। ਅਤੇ ਜਦੋਂ ਡਿਸੀਜਨ ਕਰ ਰਹੇ ਨੇ ਉਹ ਡਿਸੀਜਨ ਨੂੰ ਕਰਨ ਜਿਹੜੀ ਬੈਸਟ ਹੈਗੀ ਆ ਆਪਣੇ ਵਾਰਡ ਦੇ ਲੋਕਾਂ ਵਾਸਤੇ ਜਿਹੜੀ ਗੱਲ ਹੈਗੀ ਹੈ। ਹੁਣ ਇੱਕ ਹੋਰ ਚਰਚਾ ਇਹਨਾਂ ਚੋਣਾਂ 'ਚ ਉੱਠੀ, ਉਹ ਇਹ ਸੀ ਕਿ ਅੱਛਾ ਉਹ ਕਿਸੇ ਕਾਉਂਸਲਰ ਕੈਂਡੀਡੇਟ ਨੇ ਜਾਂ ਈਵਨ ਮੇਅਰ ਦੇ ਕੈਂਡੀਡੇਟ ਨੇ ਵੀ ਇਹ ਮੁੱਦਾ ਚੁੱਕਿਆ ਨਹੀਂ ਕਿ ਮਿਲੀਅਨਸ ਆਫ ਡਾਲਰਸ ਜਿਹੜੇ ਸੀ, ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਜਿਹੜੇ ਸੀ ਅਸੀਂ ਨਵੇਂ ਅਰੀਨਾ 'ਤੇ ਲਾਤੇ, ਟੈਕਸ ਪੇਅਰ ਦੇ ਪੈਸੇ ਸੀ, ਆਪਣੀਆਂ ਸੜਕਾਂ ਸਾਡੀਆਂ ਉਧੜੀਆਂ ਫਿਰਦੀਆਂ ਸੀ। ਦੇਖੋ ਉਹੀ ਤਾਂ ਹੈਗੀ ਕਿ ਜਿਹੜੀ ਸਾਨੂੰ, ਮੈਂ ਉਹੀ ਕਿਹਾ, ਹੁਣ ਮੈਂ ਜਦ ਦਾ ਬਣਿਆ ਸੜਕਾਂ 'ਤੇ ਦੇਖੋ 104 ਮੈਕਨਾਈਟ, ਸੈਡਲਬਰੁੱਕ ਡਰਾਈਵ, 60 ਸਭ ਕੁਝ ਬਣਨਾ ਸ਼ੁਰੂ ਹੋਇਆ। ਜਿਹੜੀ ਸਾਡੀ ਜੋਬ ਹੈ ਨਟਸ ਐਂਡ ਬੋਲਟਸ ਡੇ ਟੂ ਡੇ, ਅਸੀਂ ਉੱਤੇ ਫੋਕਸ ਕਰੀਏ। ਇਵੈਂਟ ਸੈਂਟਰ ਦਾ ਵੀ ਕ੍ਰਿਟੀਕਲ ਸੀ, ਕਿਉਂਕਿ ਜੇ ਕਿਸੇ ਨੂੰ ਚਾਂਸ ਲੱਗੇ ਆਈਸ ਡਿਸਟ੍ਰਿਕਟ ਐਡਮਿੰਟਨ ਦੇਖ ਕੇ ਆਓ, ਸਿਰਫ ਇਵੈਂਟ ਸੈਂਟਰ ਨਹੀਂ ਬਣਨਾ ਰਿਸ਼ੀ ਜੀ। ਉੱਥੇ ਹੁਣ ਆਪਾਂ ਜੇ ਜਾਈਏ, ਪਾਰਕਿੰਗ ਲੋਟਾਂ ਖਾਲੀ ਪਈਆਂ ਨੇ ਜੀ ਜੀ, ਉਹਨਾਂ ਤੋਂ ਸਿਟੀ ਨੂੰ ਕੋਈ ਬੈਨੀਫਿਟ ਤਾਂ ਆ ਨਹੀਂ ਰਿਹਾ, ਟੈਕਸ ਤਾਂ ਆ ਨਹੀਂ ਰਿਹਾ। ਹੁਣ ਜਿਹੜਾ ਆਪਾਂ ਪ੍ਰੋਪਰਟੀ ਟੈਕਸ ਦਾ ਵੀ ਇਸ਼ੂ ਕਿਉਂ ਹੋਇਆ 2014 ਦੇ ਵਿੱਚ, ਜਦੋਂ ਇੱਕਦਮ ਡਾਊਨਟਾਊਨ ਪ੍ਰਾਈਸਿਸ, ਆਇਲ ਪ੍ਰਾਈਸਿਸ ਡਰੋਪ ਹੋਈਆਂ, ਇੱਕਦਮ ਜਿਹੜਾ ਡਾਊਨਟਾਊਨ ਦੀ ਵੈਲਿਊ ਸੀਗੀ ਬਿਲਡਿੰਗਾਂ ਦੀ 9 ਬਿਲੀਅਨ ਇਵੈਪੋਰੇਟ ਹੋ ਗਈ, ਉਹ ਟੈਕਸ ਬੇਸ ਚਲਿਆ ਗਿਆ। ਪਿਛਲੇ ਕਿੰਨੇ ਸਾਲਾਂ ਤੋਂ ਡਾਊਨਟਾਊਨ ਕੈਲਗਰੀਅਨ ਸਿਟੀ ਨੂੰ ਚੁੱਕਦਾ ਫਿਰਦਾ ਮੋਢਿਆਂ 'ਤੇ। ਹੁਣ ਅਰੀਨਾ ਦੀ ਗੱਲ ਇਹ ਸੀਗੀ ਕਿ ਅਰੀਨਾ ਨਹੀਂ, ਉਹ ਸਿਰਫ ਉੱਥੇ ਬਣਨਾ ਰਿਵਰਸ ਡਿਸਟ੍ਰਿਕਟ ਮਾਸਟਰ ਪਲਾਨ ਦੇ ਥੱਲੇ ਕਲਚਰ ਐਂਡ ਐਂਟਰਟੇਨਮੈਂਟ ਡਿਸਟ੍ਰਿਕਟ। ਇਹ ਜਿਹੜੀਆਂ ਲੋਟਾਂ ਨੇ ਜਿੱਥੋਂ ਸਿਟੀ ਨੂੰ ਕੋਈ ਵੀ ਇਸ ਵਕਤ ਰੈਵਨਿਊ ਆ ਰਿਹਾ, ਨੂੰ ਕਿੱਦਾਂ ਕਨਵਰਟ ਕਰੀਏ। ਹੁਣ ਜਦੋਂ ਆਪਾਂ ਉੱਥੇ ਬੀਮੋ ਸੈਂਟਰ ਦੀ ਐਕਸਪੈਂਸ਼ਨ ਕੀਤੀ 1 ਲੱਖ ਸਕੁਅਰ ਫੀਟ, ਰਾਈਟ ਵੇ ਜਦੋਂ ਇਵੈਂਟ ਸੈਂਟਰ ਅਨਾਊਂਸ ਹੋਇਆ 2 ਪ੍ਰਾਈਵੇਟ ਹੋਟਲਸ ਦੀ ਪ੍ਰਪੋਜ਼ਲ ਆ ਗਈ ਉੱਥੇ, ਰਾਈਟ, ਉਹ ਆਉਣਗੇ, ਉਹਦੇ ਨਾਲ ਹੋਰ ਇਨਵੈਸਟਮੈਂਟ। ਬਿਲਕੁਲ ਤੁਹਾਡੀ ਗੱਲ 110% ਆ, ਪਰ ਸਾਡਾ ਫੋਕਸ ਇਹ ਵੀ ਹੋਣਾ ਚਾਹੀਦਾ ਕਿ ਅਸੀਂ ਡੇ ਟੂ ਡੇ
ਨਟਸ ਐਂਡ ਬੋਲਟ ਜਿਹੜੀ ਇਸ਼ੂਜ਼ ਨੇ ਲੋਕਾਂ ਦੇ, ਸੜਕਾਂ। ਹੁਣ ਮੈਨੂੰ ਇੱਕ ਗੱਲ ਹੋਰ ਸੁਣਨ ਨੂੰ ਮਿਲੀ, ਘਾਹ ਦੀ ਪ੍ਰੋਬਲਮ ਬੜੀ ਆਈ ਆ ਜੀ। 4 ਕਟਿੰਗ ਸਾਈਕਲ ਹੁੰਦੇ ਆ ਰਿਸ਼ੀ ਜੀ। ਨਵੰਬਰ ਦੇ ਵਿੱਚ ਮੇਰੀ ਕੋਸ਼ਿਸ਼ ਹੋਊਗੀ ਬਜਟ ਦੇ ਵਿੱਚ ਕਿ ਇਹਨਾਂ ਨੂੰ ਇਨਕਰੀਜ਼ ਕਰਕੇ ਘੱਟ ਤੋਂ ਘੱਟ 6 ਕਰ ਦਿੱਤਾ ਜਾਵੇ, ਤਾਂ ਜੋ ਘਾਹ ਮੋਰ ਆਫਨ ਕੱਟਿਆ ਜਾਵੇ ਪੀਰੀਓਡਿਕਲੀ। ਇਸੇ ਤਰੀਕੇ ਨਾਲ ਬਿਲਕੁਲ ਸੋ ਫੋਕਸ ਸਾਡਾ ਇਹੀ ਆ ਹੁਣ, ਸੜਕਾਂ, ਘਾਹ, ਸਾਡੇ ਜਿਹੜੇ ਪਾਰਕਸ, ਪਲੇਗਰਾਊਂਡਸ ਨੇ। ਸੋ ਹੋਪਫੁਲੀ ਜਿਹੜੀ ਅਗਲੀ ਕਾਊਂਸਲ ਹੁਣ ਜਿਹੜੀ ਆ ਰਹੀ ਆ, ਸਾਰਿਆਂ ਨੇ ਵਾਅਦੇ ਤਾਂ ਇਹੀ ਕੀਤੇ ਆ ਕਿ ਉਹ ਜਿਹੜੇ ਬੈਕ ਟੂ ਬੇਸਿਕਸ ਲੈ ਕੇ ਆਉਣਗੇ। ਜੀ ਜੀ ਜੀ। ਸੋ ਹੋਪਫੁਲੀ ਅੱਜ ਸਵੇਰੇ ਮੇਰੀ ਨਵੇਂ ਮੇਅਰ ਨਾਲ ਗੱਲ ਹੋ ਰਹੀ ਸੀਗੀ, ਜਰਮੀਨਾ, ਤੇ ਅਸੀਂ ਡਿਸਕਸ ਕੀਤੇ ਵਾਰਡ 5 ਦੇ ਮਸਲੇ। ਤੇ ਮੈਂ ਉਹਨਾਂ ਨੂੰ ਮੈਂ ਐਕਚੁਅਲੀ ਹਰ ਮੇਅਰ ਕੈਂਡੀਡੇਟ ਦੇ ਨਾਲ ਬੈਠਾ ਸੀ ਇਲੈਕਸ਼ਨ ਤੋਂ ਪਹਿਲਾਂ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਤੁਹਾਡੇ ਸਾਰਿਆਂ ਨਾਲ ਕੰਮ ਕਰੂੰਗਾ, ਪਰ ਮੇਰੇ ਲਈ ਮੇਰਾ ਵਾਰਡ ਸਭ ਨੂੰ ਇੰਪੋਰਟੈਂਟ ਆ। ਮੇਰੇ ਵਾਰਡ ਦੇ ਵਿੱਚ ਅੱਜ ਵੀ ਲੋਕ ਇਹ ਫੀਲ ਕਰਦੇ ਨੇ ਕਿ ਨਾਰਥ ਈਸਟ ਨੂੰ ਨੈਗਲੈਕਟ ਕੀਤਾ ਜਾ ਰਿਹਾ ਵਾ। ਸੋ ਅੱਜ ਮੇਰੀ ਮੇਅਰ ਨਵੇਂ ਨਾਲ ਗੱਲ ਹੋਈ ਸੀਗੀ। ਮੈਂ ਉਹਨਾਂ ਨੂੰ ਇਹੀ ਕਿਹਾ ਕਿ ਆਹ ਚੀਜ਼ਾਂ ਮੈਨੂੰ ਚਾਹੀਦੀਆਂ ਨੇ ਵਾਰਡ 5 ਲਈ, ਮੈਨੂੰ ਕੁਝ ਨਹੀਂ ਚਾਹੀਦਾ। ਤੇ ਉਹ ਕਹਿੰਦੇ ਕਿ ਲੈਟਸ ਵਰਕ ਔਨ ਇਟ। ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਸਾਨੂੰ ਜਿਹੜਾ ਟਿਲਟ ਆ ਉਹ ਬੇਸਿਕਸ ਤੇ ਲਿਆਉਣਾ ਪੈਣਾ। ਤੇ ਇੱਕ ਜਿਹੜਾ ਸੀ ਗੜਿਆਂ ਵਾਲਾ ਇਸ਼ੂ ਸੀਗਾ ਵੀ ਸਾਡੇ ਜਿਹੜੇ ਹੇਲ ਰੈਜ਼ੀਲੀਐਂਟ ਜਿਹੜੇ ਸਾਡੇ ਘਰ ਬਣ ਸਕਣ, ਉਹਦੇ ਵਾਸਤੇ ਵੀ ਹੁਣ ਉਹਦੇ ਵਾਸਤੇ ਵੀ ਤੁਸੀਂ ਕੁਝ ਪਲਾਨ ਬਣਾਓਗੇ? ਮੈਂ ਜੀ ਦੇਖੋ ਨਵੰਬਰ ਦੇ ਵਿੱਚ ਬਜਟ ਲੈ ਕੇ ਆਂਦਾ ਸੀ, ਨੋਟਿਸ ਆਫ ਮੋਸ਼ਨ। ਜੀ ਜੀ। ਉਹਦੇ ਵਿੱਚ ਮੈਂ ਇਹੀ ਕਿਹਾ ਸੀਗਾ ਕਿ ਇੱਕ ਤਾਂ ਜਿਹੜੀ ਰੈਜ਼ੀਲੀਐਂਟ ਰੂਫਿੰਗ ਪ੍ਰੋਗਰਾਮ ਆ ਉਹਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੀਏ। ਸੈਕਿੰਡ, ਉਹਦੇ ਵਿੱਚੋਂ ਰੈਜ਼ੀਲੀਐਂਟ ਇੰਪਰੂਵਮੈਂਟ ਨੈਟਵਰਕ ਬਣਿਆ ਵਾ, ਜਿਹਦੇ ਵਿੱਚ ਬਿਲਡਰ, ਡਿਵੈਲਪਰ, ਇੰਸ਼ੋਰੈਂਸ ਕੰਪਨੀਆਂ ਸਾਰੀਆਂ ਇਨਕਲੂਡ ਹੋਈਆਂ। ਕਿਉਂਕਿ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਅਸੀਂ ਮਤਲਬ ਪ੍ਰੋਵਿੰਸ ਦੇ ਥਰੂ, ਕਿਉਂਕਿ ਕਈ ਲੋਕ ਇਹ ਕਹਿੰਦੇ ਜੀ ਅਸੀਂ ਰਾਜ ਹਾੜੀ ਬੋਰਡ ਲਵਾ ਲਏ ਤਾਂ ਵੀ ਮੇਰੀ ਇੰਸ਼ੋਰੈਂਸ ਵੱਧ ਗਈ, ਕੋਈ ਮੈਨੂੰ ਬੈਨੀਫਿਟ ਤਾਂ ਮਿਲਿਆ ਨਹੀਂ। ਸੋ ਤੀਸਰੀ ਗੱਲ ਕੀਤੀ ਸੀ ਪੁਰਾਣੇ ਮੇਅਰ ਡਾਕਟਰ ਜੋਤੀ ਗੌਂਡਕ ਤੋਂ ਚਿੱਠੀ ਲਿਖਾਈ ਗਈ ਸੀਗੀ ਪ੍ਰੋਵਿੰਸ ਨੂੰ ਕਿ ਇੱਕ ਤਾਂ ਬਿਲਡਿੰਗ ਕੋਡ ਤੁਹਾਡਾ ਅਗਲੇ ਸਾਲ ਨਵਾਂ ਆ ਰਿਹਾ। ਤੇ ਮੈਂ ਹੋਰ ਵੀ ਲੈਵਲ ਦੇ ਨੁਮਾਇੰਦਿਆਂ ਨੂੰ ਕਹੂੰਗਾ ਕਿ ਹੁਣ ਸੈਸ਼ਨ ਸ਼ੁਰੂ ਹੋ ਰਿਹਾ ਵਾ ਅਗਲੇ ਵੀਕ, ਸਾਡਾ ਲੈਜਿਸਲੇਚਰ ਦਾ ਐਡਮਿੰਟਨ ਥੋੜ੍ਹਾ ਜਿਹਾ ਰੌਲਾ ਪਾਉਣ ਉੱਥੋਂ ਕਿ ਜਿਹੜਾ ਬਿਲਡਿੰਗ ਕੋਡ ਅਗਲਾ ਆ ਰਿਹਾ ਵਾ ਉਹਦੇ ਵਿੱਚ ਚੇਂਜਸ ਲੈ ਕੇ ਆਓ, ਤਾਂ ਜੋ ਬਿਲਡਰਸ, ਡਿਵੈਲਪਰਸ ਨੂੰ ਜਿਹੜੀ ਆ ਅਲਾਉ ਕੀਤਾ ਜਾਵੇ ਜਾਂ ਫੋਰਸ ਕੀਤਾ ਜਾਵੇ ਇੱਕ ਤਰੀਕੇ ਨਾਲ ਕਿ ਉਹ ਰੈਜ਼ੀਲੀਐਂਟ ਮਟੀਰੀਅਲ ਲਾਉਣ। ਜਿਹੜਾ ਸਾਡਾ ਸਿਟੀ ਦਾ ਕਲੀਨ ਐਨਰਜੀ ਇੰਪਰੂਵਮੈਂਟ ਪ੍ਰੋਗਰਾਮ ਆ, ਅਸੀਂ ਉਹਦੇ ਵਿੱਚ ਵੀ ਪ੍ਰੋਵਿੰਸ ਤੋਂ ਇਹ ਮੰਗਿਆ ਵੀ ਮਿਊਨਿਸਪਲ ਗਵਰਨਮੈਂਟ ਐਕਟ ਦੇ ਵਿੱਚ ਚੇਂਜ ਲੈ ਆਓ ਸੈਕਸ਼ਨ 390 ਦੇ ਵਿੱਚ, ਤਾਂ ਜੋ ਜੇ ਕੋਈ ਇਨਸਾਨ ਆਪਦੀ ਇੰਸ਼ੋਰੈਂਸ ਦੀ ਵੇਟ ਕਰ ਰਿਹਾ ਪਰ ਉਹ ਵਿੰਟਰ ਆ ਰਹੀ ਆ, ਉਹਨੇ ਛੱਤ ਬਦਲਾਉਣੀ ਆ, ਉਹਨੇ ਸਾਈਡਿੰਗ ਬਦਲਾਉਣੀ ਆ, ਉਹ ਕਲੀਨ ਐਨਰਜੀ ਇੰਪਰੂਵਮੈਂਟ ਦੇ ਥੱਲੇ ਜੇ ਉਹ ਰੈਜ਼ੀਲੀਐਂਟ ਮਟੀਰੀਅਲ ਲਾਉਣ ਚਾਹੁੰਦਾ ਤਾਂ ਸਿਟੀ ਉਹਨੂੰ ਕੋਈ ਗ੍ਰਾਂਟ ਦੇ ਦੇਵੇ। ਸੋ ਹੁਣ ਦੇਖਦੇ ਹਾਂ ਪ੍ਰੋਵਿੰਸ ਕੀ ਕਰਦੀ ਹੈ। ਜੇ ਅਲਾਉ ਕਰਦੀ ਹੈ ਤਾਂ ਡੈਫੀਨਿਟਲੀ ਮੇਰੀ ਕਮਿਟਮੈਂਟ ਇਹੀ ਹੋਊਗੀ ਕਿ ਉਹ ਪ੍ਰੋਗਰਾਮ ਛੇਤੀ ਲਾਂਚ ਕੀਤਾ ਜਾਵੇ। ਤੇ ਰਾਜੀ ਇਸ ਵਾਰ ਵੋਟਰ ਟਰਨਆਊਟ ਜਿਹੜਾ ਸੀ, ਵੋਟਰ ਜਿਹੜੇ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਘਟੀ ਹੈ, ਉਹਦੇ ਵਿੱਚੋਂ 2-3 ਜਣਿਆਂ ਨਾਲ, ਜਿਹਦੇ ਵਿੱਚ ਜੈਨਟ ਬਰਾਊਨ ਵੀ ਸੀ, ਪ੍ਰੋਫੈਸਰ ਬਰੈਟ ਵੀ ਸ਼ਾਮਲ ਨੇ, ਉਹਨਾਂ ਨਾਲ ਗੱਲਬਾਤ ਹੋਈ ਹੈ। ਸੋ ਇਹਦੇ ਵਿੱਚ ਜਿਹੜੇ ਨਵੀਆਂ ਰੂਲਸ ਐਂਡ ਰੈਗੂਲੇਸ਼ਨਸ ਆਈਆਂ ਨੇ, ਵੋਟਰ ਟਰਨਆਊਟ ਘਟਣ ਦਾ ਕਾਰਨ ਰਿਹਾ ਲੋਕਾਂ ਨੂੰ ਵੋਟਾਂ ਪਾਉਣ ਦਾ ਮੌਕਾ ਹੀ ਨਹੀਂ ਮਿਲਿਆ, ਵਾਪਸ ਹੀ ਚਲੇ ਗਏ ਕਿਉਂਕਿ ਫਰਸਟ੍ਰੇਸ਼ਨ ਇੰਨੀ ਜ਼ਿਆਦਾ ਸੀ। ਕੀ ਇਹ ਰੂਲ ਚੇਂਜ ਹੋ ਸਕਦੇ ਨੇ? ਕੀ ਤੁਸੀਂ ਇਹਦੇ ਵਾਸਤੇ ਕੁਝ ਕਰ ਸਕੋਗੇ? ਦੇਖੋ ਜੀ, ਇਹ ਰੂਲਸ ਜਿਹੜੀ ਪ੍ਰੋਵਿੰਸ ਬਣਾਉਂਦੀ ਆ, ਹੁਣ ਜਿੱਦਾਂ ਦੀਵਾਲੀ ਦੀ ਵੀ ਗੱਲ ਹੋਈ ਸੀ ਜੀ, ਵੋਟਾਂ ਦੀਵਾਲੀ ਤੇ ਰੱਖੀਆਂ ਗਈਆਂ, ਇਹਨੂੰ ਚੇਂਜ ਸਿਟੀ ਚੇਂਜ ਨਹੀਂ ਕਰ ਸਕਦੀ। ਇਹ ਜਿਹੜਾ ਲੋਕਲ ਗਵਰਨਮੈਂਟ ਐਕਟ ਹੁੰਦਾ ਵਾ ਇਲੈਕਸ਼ਨ ਕਰਾਉਣ ਦਾ, ਪ੍ਰੋਵਿੰਸ ਬਣਾਉਂਦੀ ਆ। ਸੋ ਆਈ ਹੋਪ ਹੁਣ ਜਦੋਂ ਐਡਮਿਨਿਸਟ੍ਰੇਸ਼ਨ ਜਿਹੜਾ ਸਾਡਾ, ਜਿਨ੍ਹਾਂ ਨੇ ਇਲੈਕਸ਼ਨਸ ਕੈਲਗਰੀ ਨੇ ਰਨ ਕੀਤੀ ਹੈ ਇਲੈਕਸ਼ਨ, ਕੁਝ ਲੈਸਨਸ ਲਰਨ ਕਰਕੇ ਉਹ ਪ੍ਰੋਵਿੰਸ ਨੂੰ ਫੀਡਬੈਕ ਜ਼ਰੂਰ ਦੇਣ ਕਿ ਇੰਨੀ ਸਲੋ ਪ੍ਰੋਸੈਸ ਸੀਗੀ, ਜਿਹੜੇ ਫਾਰਮ ਭਰਾਏ ਜਾਂਦੇ ਸੀਗੇ, ਉਹ ਬੰਦਾ ਰਜਿਸਟਰਡ ਵੋਟਰ ਲਿਸਟ ਤੇ ਵੀ ਹੁੰਦਾ ਸੀ, ਫਿਰ ਵੀ ਫਾਰਮ ਭਰਾਏ ਜਾ ਰਹੇ ਸੀ। ਸੋ ਸਾਡਾ ਤਾਂ ਫੋਕਸ ਇਹ ਹੋਣਾ ਚਾਹੀਦਾ ਕਿ ਵੋਟਾਂ ਨੂੰ ਪਾਉਣਾ ਈਜ਼ੀ ਕਿੱਦਾਂ ਕਰੀਏ, ਲੋਕਾਂ ਨੂੰ ਕਿੱਦਾਂ ਇਨਵੋਲਵ ਕਰੀਏ। ਥਰਡ ਜਿਹੜਾ ਹੁਣ ਮੈਂ ਕੋਸ਼ਿਸ਼ ਇਹ ਵੀ ਹੋਊਗੀ ਐਜੂਕੇਸ਼ਨ। ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਵਾਰਡ 5 'ਚ ਜੀ ਇੰਨੀ ਤੁਸੀਂ ਦੱਸਿਆ ਵੀ 30,000 ਘਰ ਹੈਗੇ ਆ। ਹਾਂਜੀ, 29-30,000 ਘਰ, ਵੋਟ ਪਈ ਸਿਰਫ 16,000, ਜਿਹੜੀ ਪਿਛਲੀ ਵਾਰ ਦੇ ਬਰਾਬਰ। ਵੋਟ ਅਸੀਂ ਪਾਉਂਦੇ ਨਹੀਂ, ਵੋਟ ਰੱਖ ਕੇ ਪਤਾ ਨਹੀਂ ਅਸੀਂ ਕਿੱਥੇ ਲੈ ਜਾਣੀ ਆ। ਯੂਜ਼ ਇਟ ਔਰ ਲੂਜ਼ ਇਟ। ਤੀਸਰੀ ਗੱਲ, ਇੱਕ ਨਵਾਂ ਪੈਟਰਨ ਆ, ਸ਼ਾਇਦ ਕੋਈ ਮਾਈਂਡ ਕਰ ਜੇ ਜੀ ਮੈਨੂੰ ਫੋਨ ਨਹੀਂ ਆਇਆ। ਵੋਟ ਤੁਹਾਡਾ ਹੱਕ ਆ, ਕਿਸ ਤੇ ਫੋਨ ਦੀ ਵੇਟ ਕਰ ਰਹੇ ਹੋ ਤੁਸੀਂ? ਤੁਸੀਂ ਆਪਣੇ ਬੱਚਿਆਂ ਨਾਲ ਖਿਲਵਾੜ ਕਰ ਰਹੇ ਹੋ, ਉਹਨਾਂ ਦੇ ਫਿਊਚਰ ਨਾਲ। ਕੰਪਲੇਨਿੰਗ ਅਸੀਂ ਕਰੀ ਜਾਣੀ ਆ। 4 ਸਾਲ ਬਾਅਦ ਤੁਹਾਨੂੰ ਮੌਕਾ ਮਿਲਦਾ ਆਪਦਾ ਹੱਕ ਲੈਣ ਦਾ, ਉਹ ਮਿਲਦਾ ਵੋਟਿੰਗ। ਵੋਟ ਅਸੀਂ ਪਾਉਣੀ ਨਹੀਂ ਗੀ। ਰਿਸ਼ੀ ਜੀ, ਡੋਰਾਂ ਤੇ ਜਾ ਕੇ ਮਿੰਨਤਾਂ ਕਰਨੀਆਂ ਪਈਆਂ ਕਿ ਵੋਟ ਪਾ ਕੇ ਆਓ ਪਲੀਜ਼। ਇਹ ਤੁਹਾਡਾ ਹੱਕ ਆ, ਤੁਸੀਂ ਕਿਸੇ ਤੇ ਅਹਿਸਾਨ ਨਹੀਂ ਕਰ ਰਹੇ, ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਲਈ ਡਿਸੀਜਨ ਕਰ ਰਹੇ ਹੋ। ਸੋ
ਇਹ ਹੁਣ ਅਗਲੇ 4 ਸਾਲ ਇਹੀ ਫੋਕਸ ਰਹੂਗਾ। ਐਜੂਕੇਸ਼ਨ ਪੀਸ ਆਈ ਥਿੰਕ ਇੱਕ ਹੋਰ ਰਿਸ਼ੀ ਜੀ ਮੈਨੂੰ ਲੱਗਿਆ ਕਿ ਸ਼ਾਇਦ ਹਜੇ ਜਿਹੜੇ ਮਿਸਿੰਗ ਆ ਕਿ ਫੈਡਰਲ ਸਰਕਾਰ ਕੀ ਕਰ ਰਹੀ ਹੈ ਤੁਹਾਡੇ ਲਈ ਕਰ ਸਕਦੀ ਆ, ਪ੍ਰੋਵਿੰਸ ਕੀ ਕਰ ਸਕਦੀ ਹੈ ਤੇ ਸਿਟੀ ਇਸ਼ੂਜ਼ ਕੀ ਨੇ, ਕਿਉਂਕਿ ਕਈ ਡੋਰਸ ਤੇ ਮੈਨੂੰ ਇਹ ਜੀ ਸਕੂਲ ਕਦ ਬਣੇਗਾ, ਹਾਲਾਂਕਿ ਸਕੂਲ ਪ੍ਰੋਵਿੰਸ਼ੀਅਲ ਆ ਜੀ। ਸੋ ਬਿਲਕੁਲ ਠੀਕ ਹੈ। ਇੱਥੇ ਜੀ ਹਸਪਤਾਲ ਹੈ ਨਹੀਂ, ਇੰਸ਼ੋਰੈਂਸ ਬਿਲਕੁਲ ਇੰਸ਼ੋਰੈਂਸ ਪ੍ਰੋਵਿੰਸ਼ੀਅਲ ਆ। ਇੱਕ ਹੋਰ ਆ ਜੀ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਸਾਰੇ ਪੇਰੈਂਟਸ ਨੂੰ, ਹੱਥ ਜੋੜ ਕੇ ਦਿਲੋਂ, ਮੈਂ ਇੰਨੀ ਡੋਰ ਨੌਕਿੰਗ ਕੀਤੀ, ਇੱਕ ਟ੍ਰੈਂਡ ਬਹੁਤ ਗਲਤ ਬਣਦਾ ਜਾ ਰਿਹਾ। ਅਸੀਂ 6-6 7 ਸਾਲ ਦੇ ਬੱਚਿਆਂ ਨੂੰ ਡੋਰ ਖੋਲ੍ਹਣ ਦੇ ਭੇਜ ਰਹੇ ਹਾਂ। ਬੱਚੇ ਹਾਂਜੀ 6 ਮੈਂ ਕੋਰਨਰ ਸਟੋਨ ਸੀਗਾ, ਇੱਕ ਥਾਂ ਨਹੀਂ ਮਲਟੀਪਲ ਥਾਵਾਂ ਤੇ ਹੋਇਆ। ਬੱਚੇ ਆ ਰਹੇ ਨੇ, ਡੋਰ ਖੋਲ੍ਹੇ ਨੇ, ਉਹ ਬੱਚੇ ਤੁਹਾਡੇ ਵੱਲ ਦੇਖੀ ਜਾਂਦੇ ਨੇ, ਤੁਸੀਂ ਉਹਨਾਂ ਨੂੰ ਪੁੱਛਦੇ ਹੋ ਤੁਹਾਡੇ ਪੇਰੈਂਟਸ ਘਰੇ ਹੈਗੇ, ਉਹ ਕਹਿੰਦੇ ਹਾਂਜੀ। ਕਿਉਂ ਅਸੀਂ ਬੱਚਿਆਂ ਨੂੰ, ਤੁਹਾਨੂੰ ਕੀ ਪਤਾ ਵੀ ਦੂਜੇ ਪਾਸੇ ਕੌਣ ਆ ਜੀ। 6-7 ਸਾਲ ਦਾ ਬੱਚਾ ਕਿੱਦਾਂ ਆਪਣੇ ਆਪ ਨੂੰ ਸੈਲਫ ਡਿਫੈਂਡ ਕਰ ਲੂ ਜੇ ਦੂਜੇ ਪਾਸੇ। ਇੱਕ ਘਰ 'ਚ ਮੈਂ ਗਿਆ ਰਿਸ਼ੀ ਜੀ, ਬੱਚੇ ਨੇ ਡੋਰ ਖੋਲਿਆ, ਮੈਂ ਕਿਹਾ ਵੀ ਤੇਰੇ ਫਾਦਰ ਘਰੇ, ਮੌਮ ਘਰੇ ਹੈਗੇ? ਉਹ ਕਹਿੰਦਾ ਮੇਰੇ ਫਾਦਰ ਆ। ਮੈਂ ਕਿਹਾ ਬੁਲਾਉਂਗੇ? ਉਹ ਗਿਆ, ਫਾਦਰ ਨੂੰ ਕਹਿੰਦਾ ਕਿ ਡੈਡ ਕੋਈ ਬਾਹਰ ਆਇਆ। ਡੈਡ ਭਾਈ ਸਾਹਿਬ ਨੂੰ ਪਤਾ ਕੀ ਕਹਿੰਦੇ, ਕਹਿ ਦੇ ਮੈਂ ਘਰੇ ਨਹੀਂ। ਮੈਂ ਸੁਣ ਲਿਆ, ਉਹ ਬੱਚਾ ਮੈਨੂੰ ਆ ਕੇ ਕਹਿ ਰਿਹਾ ਮੇਰੇ ਡੈਡ ਘਰੇ ਨਹੀਂ। ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਅੱਜ ਤੁਸੀਂ ਆਪਣੇ ਬੱਚੇ ਨੂੰ ਇਸ ਪ੍ਰੂਵ ਕਰਤਾ ਕਿ ਝੂਠ ਬੋਲਣਾ ਨੋਰਮਲ ਆ। ਇਹ ਯਾਦ ਰੱਖਿਓ, ਇੱਕ ਦਿਨ ਇਹ ਬੱਚਾ ਤੁਹਾਡੇ ਨਾਲ ਵੀ ਝੂਠ ਬੋਲੂਗਾ। ਤੁਸੀਂ ਮੇਰੇ ਨਾਲ ਗੱਲ ਨਹੀਂ ਕਰਨੀ, ਨਾ ਕਰੋ, ਬਾਹਰ ਆ ਕੇ ਕਹਿ ਦਿਓ ਰਾਜ ਮੈਂ ਬਿਜ਼ੀ ਹਾਂ, ਪਲੀਜ਼ ਪੈਂਫਲੇਟ ਦੇ ਦਿਓ। ਪਰ ਤੁਸੀਂ ਅੱਜ ਇਹ ਬੱਚੇ ਨੂੰ ਸਿਖਾਦਾ ਵੀ ਕਦੇ ਵੀ ਕੋਈ ਕਿਸੇ ਸਿਚੁਏਸ਼ਨ ਚੋਂ ਬਾਹਰ ਨਿਕਲਣਾ ਝੂਠ ਬੋਲਦੇ। ਇੱਕ ਦਿਨ ਇਹ ਤੁਹਾਡੇ ਨਾਲ ਵੀ, ਰੱਬ ਨਾ ਕਰੇ ਨਹੀਂ ਬੋਲੇ, ਪਰ ਜਿੱਦਣ ਬੋਲਿਆ ਤੁਹਾਨੂੰ ਉਦਣ ਪਤਾ ਲੱਗੂ। ਸੋ ਇਹ ਟ੍ਰੈਂਡ ਸਾਨੂੰ ਪਲੀਜ਼ ਬੇਨਤੀ ਆਪਣੇ ਬੱਚਿਆਂ ਦਾ ਫਿਊਚਰ ਆ। ਸੋ ਹਾਂਜੀ ਇਹ ਦੇਖੋ ਬਹੁਤ ਵਧੀਆ ਰਹੀ ਇਲੈਕਸ਼ਨ ਜੀ। ਮੈਂ ਸਾਰਿਆਂ ਨੂੰ ਇਹੀ ਕਹੂੰ ਤੁਹਾਡੇ ਪਿਆਰ, ਤੁਹਾਡੇ ਮਾਣ ਲਈ ਬਹੁਤ ਬਹੁਤ ਧੰਨਵਾਦ। ਮੈਂ ਖਾਸ ਧੰਨਵਾਦ ਕਰਦਾ ਆਪਣੀ ਫੈਮਿਲੀ ਦਾ, ਮੇਰੇ ਮਮ ਡੈਡ ਜੀ, ਮੇਰੀ ਵਾਈਫ, ਮੇਰੇ ਬੱਚੇ, ਸਾਰਿਆਂ ਨੇ ਟਾਈਮ ਕੱਢਿਆ, ਮੇਰੇ ਕਜ਼ਨਸ, ਮੇਰੇ ਭੈਣ ਭਰਾ, ਉਹਨਾਂ ਦਾ ਸਭ ਨੂੰ ਵੱਧ ਧੰਨਵਾਦ। ਮੇਰੀ ਐਕਸਟੈਂਡਡ ਫੈਮਿਲੀ, ਵਾਰਡ 5 ਦੇ ਲੋਕਾਂ ਦਾ। ਇੱਕ ਗੱਲ ਆ, ਤੁਸੀਂ ਵੋਟ ਪਾਈ ਤੁਹਾਡਾ ਧੰਨਵਾਦ, ਨਹੀਂ ਵੋਟ ਪਾਈ ਤਾਂ ਵੀ ਤੁਹਾਡਾ ਧੰਨਵਾਦ। ਮੈਂ ਤੁਹਾਡਾ ਵਾਂ, ਤੁਹਾਡੇ ਲਈ ਲੜਦਾ ਰਹੂੰਗਾ। ਕਦੇ ਨਾ ਸੋਚਿਓ ਅਸੀਂ ਤਾਂ ਰਾਜ ਨੂੰ ਵੋਟ ਨਹੀਂ ਪਾਈ, ਦੈਟਸ ਓਕੇ। ਵੋਟ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਆ। ਤੁਸੀਂ ਆਪਣਾ ਕਾਬਲ ਜਿਹੜਾ ਬੰਦੇ ਨੂੰ ਦੂਜੇ ਨੂੰ ਸਮਝਿਆ ਉਹਨੂੰ ਪਾਈ। ਮੈਂ ਤੁਹਾਡੇ ਲਈ ਖੜਾ ਸੀ, ਖੜਾ ਹਾਂ ਤੇ ਖੜਾ ਰਹੂੰਗਾ ਤੁਹਾਡੀ ਆਵਾਜ਼ ਬਣ ਕੇ। ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਅਗਲੇ 4 ਸਾਲਾਂ ਦੇ ਵਿੱਚ ਆਪਾਂ ਤਰੱਕੀ ਕਰੀਏ ਵਾਰਡ 5 ਦੀ। ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਇਹ ਗਰੰਟੀ ਹੈ ਤੁਸੀਂ 4 ਸਾਲ ਬਾਅਦ ਇਹ ਕਹੋਗੇ ਕਿ ਰਾਜ ਯੈਸ ਫਾਈਨਲੀ ਵਾਰਡ 5 ਹੈਜ਼ ਅਰਾਈਵਡ। ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਰਾਜ ਜੀ। ਥੈਂਕ ਯੂ ਜੀ। ਅਗਲਾ ਸਮਾਂ ਤੁਹਾਡੇ ਲਈ ਵਧੀਆ ਰਹੇ। ਤੁਸੀਂ ਜਿਵੇਂ ਪਹਿਲਾਂ ਲੋਕਾਂ ਦੀ ਪਸੰਦ ਬਣੇ ਰਹੇ ਹੋ, ਇਉਂ ਹੀ ਬਣੀ ਰਹੇ ਪਸੰਦ। ਤੁਸੀਂ ਕੰਮ ਕਰਦੇ ਰਹੋ। ਤੁਹਾਡੇ ਲਈ ਬੈਸਟ ਵਿਸ਼ੇਜ਼। ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਅਸ। ਥੈਂਕ ਯੂ ਜੀ, ਥੈਂਕ ਯੂ ਰੈਡ FM। ਰਿਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਐਜੂਕੇਟ ਕਰਦੇ ਹੋ। ਇਲੈਕਸ਼ਨਸ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਬਹੁਤ ਐਜੂਕੇਟ ਕੀਤਾ। ਹਮੇਸ਼ਾ ਮੈਂ ਸੁਣਦਾ ਹੁੰਦਾ ਸੀਗਾ, ਤੁਸੀਂ ਕਹਿੰਦੇ ਸੀ ਇਹ ਤੁਹਾਡਾ ਡਿਸੀਜਨ ਆ, ਪਰ ਆਹ ਚੀਜ਼ਾਂ ਦੇਖ ਕੇ। ਸੋ ਧੰਨਵਾਦ ਤੁਹਾਡਾ। ਤੁਸੀਂ ਅਗਲੇ 4 ਸਾਲ ਆਪਾਂ ਮਿਲ ਜੁਲ ਕੇ ਇੱਦਾਂ ਹੀ ਵਾਰਡ 5 ਨੂੰ ਅੱਗੇ ਲੈ ਕੇ ਜਾਂਦੇ ਰਵਾਂਗੇ। ਥੈਂਕ ਯੂ। ਆਪਾਂ ਰੇਡੀਓ ਤੇ ਗੱਲ ਕਰਦੇ ਰਹਾਂਗੇ। ਬਿਲਕੁਲ ਜੀ, ਹਰ ਮਹੀਨੇ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।